ਆਪ ਸਭ ਦਾ ਸਵਾਗਤ ਹੈ ਜੀ ਜੈਮ ਸਟੱਡੀ ਚੈਨਲ ਤੇ। ਅੱਜ ਆਪਾਂ ਮੌਲਿਕ ਅਧਿਕਾਰਾਂ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕਰਾਂਗੇ। ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਜਿਹੜੀ ਘੋਸ਼ਣਾ ਉਹ ਫਰਾਂਸ ਦੀ ਰਾਸ਼ਟਰੀ ਸਭਾ ਨੇ 1799 ਦੇ ਵਿੱਚ ਕਰੀ। ਉਸ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਦੂਸਰੀ ਕੰਟਰੀ ਸੀ ਜਿਸ ਨੇ ਮੌਲਿਕ ਅਧਿਕਾਰ ਅਪਣਾਏ। 1791 ਦੇ ਵਿੱਚ ਉਸਨੇ ਆਪਣੇ ਸੰਵਿਧਾਨ ਦੇ ਵਿੱਚ 9 ਤਰਮੀਮਾਂ ਪਹਿਲੀਆਂ 9 ਤਰਮੀਮਾਂ ਕਰੀਆਂ ਅਤੇ ਮੌਲਿਕ ਅਧਿਕਾਰ ਆ ਜਿਹੜੇ ਨਾਗਰਿਕਾਂ ਨੂੰ ਪ੍ਰਦਾਨ ਕਰੇ। ਸੋ ਇੱਥੇ 2 ਕੁਐਸਚਨ ਬਣਦੇ ਆ ਕਿ ਸਭ ਤੋਂ ਪਹਿਲੀ ਵਾਰ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਕਿਹੜੇ ਦੇਸ਼ ਨੇ ਅਤੇ ਕਦੋਂ ਕਰੀ ਸੀ? ਤਾਂ ਉੱਤਰ ਕੀ ਆਵੇਗਾ? ਫਰਾਂਸ ਨੇ ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ 1799 ਦੇ ਵਿੱਚ ਕਰੀ ਸੀ। ਅਤੇ ਸੈਕਿੰਡ ਕੁਐਸਚਨ ਇੱਥੇ ਬਣਦਾ ਹੈ ਜੀ ਕਿ ਉਹ ਕਿਹੜਾ ਦੂਸਰਾ ਦੇਸ਼ ਹੈ ਜਿਸ ਨੇ ਮੌਲਿਕ ਅਧਿਕਾਰ ਆਪਣੇ ਨਾਗਰਿਕਾਂ ਨੂੰ ਪ੍ਰਦਾਨ ਕੀਤੇ ਅਤੇ ਕਦੋਂ ਕੀਤੇ? ਤਾਂ ਇੱਥੇ ਆਨਸਰ ਕੀ ਆਊਗਾ? ਸੰਯੁਕਤ ਰਾਜ ਅਮਰੀਕਾ ਮੌਲਿਕ ਅਧਿਕਾਰਾਂ ਨੂੰ ਅਪਣਾਉਣ ਵਾਲਾ ਦੂਜਾ ਦੇਸ਼ ਸੀ ਅਤੇ ਉਸਨੇ ਇਹ ਆ ਜਿਹੜੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ 1791 ਦੇ ਵਿੱਚ ਪ੍ਰਦਾਨ ਕੀਤੇ। ਹਾਂਜੀ, ਸਭ ਤੋਂ ਵੱਧ ਮਹੱਤਵਪੂਰਨ ਜਿਹੜੀ ਇੰਪੋਰਟੈਂਟ ਚੀਜ਼ ਆ ਨੋਟ ਕਰਨ ਵਾਲੀ ਕਿ ਕਈ ਵਾਰ ਕੁਐਸਚਨ ਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਉਹ ਕਿਹੜਾ ਦੇਸ਼ ਸੀ ਜਿਸ ਨੇ ਮੌਲਿਕ ਅਧਿਕਾਰਾਂ ਨੂੰ ਲਿਖਤੀ ਰੂਪ ਪ੍ਰਦਾਨ ਕੀਤਾ? ਤਾਂ ਉਹ ਸੀ ਅਮਰੀਕਾ, ਜਿਸ ਨੇ ਰਿਟਨ ਦੇ ਵਿੱਚ ਮੌਲਿਕ ਅਧਿਕਾਰ ਆਪਣੇ ਸੰਵਿਧਾਨ ਦੇ ਵਿੱਚ ਸ਼ਾਮਿਲ ਕਰ ਲਏ। ਅਤੇ ਉਸ ਤੋਂ ਬਾਅਦ ਜੇ ਆਪਾਂ ਭਾਰਤ ਦੇ ਬਾਰੇ ਗੱਲ ਕਰੀਏ, ਕਿਉਂਕਿ ਉਸ ਤੋਂ ਬਾਅਦ ਜਿਹੜੇ ਸੀਗੇ ਮੌਲਿਕ ਅਧਿਕਾਰ ਸੀ ਜਿਹੜੇ ਉਹ ਬਹੁਤ ਹੀ ਜ਼ਿਆਦਾ ਹਰਮਨ ਪਿਆਰੇ ਹੋ ਗਏ। ਹਰ ਲੋਕਤੰਤਰੀ ਜਿਹੜਾ ਦੇਸ਼ ਹੈ ਉਸ ਨੇ ਮੌਲਿਕ ਅਧਿਕਾਰਾਂ ਨੂੰ ਆਪਣੇ ਸੰਵਿਧਾਨ ਦੇ ਵਿੱਚ ਅੰਕਿਤ ਕੀਤਾ। ਤਾਂ ਓਬਵੀਅਸ ਹੈ ਜਿਹੜਾ ਕਿ ਭਾਰਤ ਹੈ ਇੱਕ ਲੋਕਤੰਤਰੀ ਦੇਸ਼ ਹੈ ਤਾਂ ਉਹਨੇ ਵੀ ਇਹ ਅਡੋਪਟ ਕੀਤੇ। ਤਾਂ ਜਿਹੜਾ ਭਾਰਤੀ ਸੰਵਿਧਾਨ ਆਪਾਂ ਜਿਵੇਂ ਕਿ ਜਾਣਦੇ ਹੀ ਹਾਂ ਕਿ 26 ਜਨਵਰੀ 1950 ਨੂੰ ਲਾਗੂ ਹੋਇਆ। ਜਦੋਂ ਆਪਣਾ ਸੰਵਿਧਾਨ ਆ ਜਿਹੜਾ ਉਹ ਲਾਗੂ ਕੀਤਾ ਗਿਆ ਤਾਂ ਉਸ ਸਮੇਂ ਉਸ ਦਾ ਜਿਹੜਾ ਅਧਿਆਇ ਨੰਬਰ 3 ਗਾ, ਕਿਹੜਾ ਅਧਿਆਇ ਨੰਬਰ ਆ? 3 ਸੰਵਿਧਾਨ ਦਾ 3 ਅਧਿਆਇ ਨੰਬਰ ਆ। ਉਹਦੇ ਵਿੱਚ 14 ਤੋਂ ਲੈ ਕੇ 32 ਅਨੁਛੇਦ ਦੇ ਅਧੀਨ ਮੌਲਿਕ ਅਧਿਕਾਰ ਆ ਜਿਹੜੇ ਅੰਕਿਤ ਕੀਤੇ ਗਏ ਆ। ਇਹਨਾਂ ਦੀ ਆਪਾਂ ਨੂੰ ਲੋੜ ਕਿਉਂ ਪਈ? ਕਿਉਂਕਿ ਜਿਹੜਾ ਭਾਰਤ ਸੀ ਉਹ ਅੰਗਰੇਜ਼ਾਂ ਦਾ ਗੁਲਾਮ ਸੀ ਅਤੇ ਉਦੋਂ ਲੋਕਾਂ ਨੇ ਕੀ ਕੀਤੇ ਸੀ? ਸੁਤੰਤਰਤਾ ਅੰਦੋਲਨ ਜਾਂ ਆਪਾਂ ਕਹਿ ਲਈਏ ਸੁਤੰਤਰਤਾ ਸੰਗਰਾਮ ਚੱਲੇ ਸੀ, ਯੁੱਧ ਚੱਲੇ ਸੀ ਅਤੇ ਜਿਹਦੇ ਪ੍ਰਭਾਵਾਂ ਦੇ ਸਿੱਟ ਕਰਕੇ ਹੀ ਜਾਂ ਆਪਾਂ ਕਹਿ ਲਈਏ ਉਹਨਾਂ ਦੇ ਕਾਰਨਾਂ ਕਰਕੇ ਸਾਨੂੰ ਮੌਲਿਕ ਅਧਿਕਾਰਾਂ ਦੀ ਲੋੜ ਪਈ। ਕਿਉਂਕਿ ਉਦੋਂ ਲੋਕਾਂ ਦੇ ਜਿਹੜੇ ਅਧਿਕਾਰ ਸੀਗੇ ਬਿਲਕੁਲ ਜ਼ਬਤ ਕੀਤੇ ਹੋਏ ਸੀ, ਕੋਈ ਉਹਨਾਂ ਨੂੰ ਸੁਤੰਤਰਤਾ ਨਹੀਂ ਸੀ, ਆਜ਼ਾਦੀ ਨਹੀਂ ਸੀ। ਜਦੋਂ ਆਪਣਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋ ਗਿਆ ਤਾਂ ਉਸ ਸਮੇਂ 7 ਮੌਲਿਕ ਅਧਿਕਾਰ ਆ ਜਿਹੜੇ ਸਾਨੂੰ ਪ੍ਰਦਾਨ ਕੀਤੇ ਗਏ। ਕਿੰਨੇ ਮੌਲਿਕ ਅਧਿਕਾਰ ਸੀ? 7 ਸੀ। ਪਰ 1978 ਦੇ ਵਿੱਚ ਦਸੰਬਰ 1978 ਦੇ ਵਿੱਚ 44ਵੀਂ ਸੋਧ ਪਾਸ ਹੋਈ ਜਿਸ ਦੇ ਅਧੀਨ ਜਿਹੜਾ ਸੰਪੱਤੀ ਦਾ ਅਧਿਕਾਰ ਕਹਿ ਲਈਏ ਜਾਂ ਆਪਾਂ ਜਾਇਦਾਦ ਦਾ ਅਧਿਕਾਰ ਕਹਿ ਲਈਏ ਉਹ ਖਾਰਜ ਕਰ ਦਿੱਤਾ ਗਿਆ। ਜੋ ਸੋਧ ਆ ਜਿਹੜੀ ਕਿ 20 ਜੂਨ 1979 ਨੂੰ ਲਾਗੂ ਹੋ ਗਈ। ਤਾਂ ਇਸ ਦੇ ਕਰਕੇ ਕਿੰਨੇ ਬਚ ਗਏ ਪਿੱਛੇ? 6 ਅਧਿਕਾਰ ਬਚ ਗਏ ਜੋ ਕਿ 14 ਤੋਂ ਲੈ ਕੇ 32 ਅਨੁਛੇਦ ਦੇ ਅਧੀਨ ਅੰਕਿਤ ਆ, ਜਿਨ੍ਹਾਂ ਵਿੱਚ ਮੇਨ ਗੱਲ ਇੱਥੇ ਯਾਦ ਰੱਖਣ ਯੋਗ ਗੱਲ ਇਹ ਹੈ ਕਿ 14 ਤੋਂ 30 ਤੱਕ ਕੰਟੀਨਿਊਸਲੀ ਅਧਿਕਾਰ ਦਿੱਤੇ ਗਏ ਆ, ਬਟ 31 ਅਨੁਛੇਦ ਦੇ ਵਿੱਚ ਕੋਈ ਅਧਿਕਾਰ ਸ਼ਾਮਲ ਨਹੀਂ, ਸਿੱਧਾ ਜਾ ਕੇ 32 ਦੇ ਅਧੀਨ ਅੰਕਿਤ ਕਰ ਦਿੱਤੇ ਗਏ ਆ। ਮੌਲਿਕ ਅਧਿਕਾਰਾਂ ਬਾਰੇ ਹੋਰ ਜੋ ਬਹੁਤ ਹੀ ਜ਼ਰੂਰੀ ਗੱਲ ਯਾਦ ਰੱਖਣ ਯੋਗ ਹੈ ਕਿ 86ਵੀਂ ਸੋਧ ਹੋਈ ਸੀਗੀ ਆਪਣੇ ਸੰਵਿਧਾਨ ਦੇ ਵਿੱਚ 18 ਦਸੰਬਰ 2002 ਵਿੱਚ, ਜਿਸ ਦੇ ਅਧੀਨ ਸਿੱਖਿਆ ਦਾ ਅਧਿਕਾਰ ਆ ਜਿਹੜਾ ਉਹ ਸੰਵਿਧਾਨ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਉਸ ਲਈ ਕੋਈ ਅਲੱਗ ਅਨੁਛੇਦ ਦੀ ਵਰਤੋਂ ਨਹੀਂ ਕੀਤੀ ਗਈ, ਸਗੋਂ ਉਸ ਨੂੰ ਸੁਤੰਤਰਤਾ ਦੇ ਅਧਿਕਾਰ ਜੋ ਕਿ ਆਪਣਾ 19 ਤੋਂ ਲੈ ਕੇ ਆ ਉਸ ਦੇ ਅਧੀਨ ਇੱਕ ਭਾਗ ਹੈ 21A ਦੇ ਵਿੱਚ ਉਹਨੂੰ ਸ਼ਾਮਲ ਕਰ ਦਿੱਤਾ ਗਿਆ। ਇਸ ਦੇ ਲਈ ਕੋਈ ਵੀ ਅਲੱਗ ਅਨੁਛੇਦ ਨਹੀਂ ਬਣਾਇਆ ਗਿਆ। ਯਾਦ ਰੱਖਣ ਜੋ ਗੱਲ ਹੈ ਕਿ ਜੋ ਸਿੱਖਿਆ ਦਾ ਅਧਿਕਾਰ ਹੈ 2002 ਦੇ ਵਿੱਚ ਜਿਹੜਾ 86ਵੀਂ ਸੋਧ ਦੇ ਦੁਆਰਾ ਲਾਗੂ ਕੀਤਾ ਗਿਆ ਅਤੇ ਇਸ ਨੂੰ ਸੁਤੰਤਰਤਾ ਦੇ ਅਧਿਕਾਰ ਦੇ ਅਧੀਨ ਇੱਕ ਭਾਗ 21A ਦੇ ਵਿੱਚ ਸੋਧਾਂ ਦੇ ਚੱਲਦਿਆਂ ਹੀ ਜੋ ਆਪਾਂ ਕਹਿ ਲਈਏ ਤਾਂ ਸੂਚਨਾ ਦਾ ਅਧਿਕਾਰ ਆ ਜਿਹੜਾ ਉਹ ਵੀ ਆਪਣੇ ਲੋਕਾਂ ਨੂੰ ਪ੍ਰਦਾਨ ਕੀਤਾ ਗਿਆ ਹੈ, ਜੋ ਕਿ 12 ਅਕਤੂਬਰ 2005 ਨੂੰ ਲਾਗੂ ਹੋਇਆ ਅਤੇ ਸੁਤੰਤਰਤਾ ਦੇ ਅਧਿਕਾਰ ਦਾ ਇੱਕ ਭਾਗ ਹੈ ਉਹ ਵੀ ਇੱਕ ਉਹਦੇ ਲਈ ਵੀ ਕੋਈ ਆਪਾਂ ਕਹਿ ਲਈਏ ਅਲੱਗ ਅਨੁਛੇਦ ਦੀ ਵਰਤੋਂ ਨਹੀਂ ਕੀਤੀ ਗਈ, ਸਗੋਂ ਉਹ ਵੀ ਸੁਤੰਤਰਤਾ ਦੇ ਅਧਿਕਾਰ ਦਾ ਇੱਕ
ਭਾਗ ਹੈ ਜਿਸ ਨੂੰ ਕਿ 19A ਅਧੀਨ ਰੱਖਿਆ ਗਿਆ। ਜਿਵੇਂ ਕਿ ਸਿੱਖਿਆ ਦੇ ਅਧਿਕਾਰ ਨੂੰ ਰੱਖਿਆ ਗਿਆ ਸੀ 21A ਅਧੀਨ, ਇਸ ਨੂੰ 19A ਅਧੀਨ ਰੱਖਿਆ ਗਿਆ ਹੈ। ਹੁਣ ਜੇਕਰ ਆਪਾਂ ਦੇਖੀਏ ਕਿ ਜਿਹੜੇ ਸਾਡੇ ਮੌਲਿਕ ਅਧਿਕਾਰ ਹੈ ਕਿਹੜੇ ਆ ਅਤੇ ਕਿਹੜੇ ਅਨੁਛੇਦ ਅਧੀਨ ਹੈ, ਤਾਂ ਉਹ ਆਪਾਂ ਦੇਖ ਸਕਦੇ ਹਾਂ 6 ਹੈ, ਜਿਨ੍ਹਾਂ ਦੇ ਵਿੱਚੋਂ ਫਸਟ ਵਨ ਹੈ ਸਮਾਨਤਾ ਦਾ ਅਧਿਕਾਰ, ਅਨੁਛੇਦ 14 ਤੋਂ ਲੈ ਕੇ 18 ਤੱਕ। ਸੈਕਿੰਡ ਵਨ ਹੈ ਸੁਤੰਤਰਤਾ ਦਾ ਅਧਿਕਾਰ, ਅਨੁਛੇਦ 19 ਤੋਂ 22 ਤੱਕ। ਸੂਚਨਾ ਦਾ ਅਧਿਕਾਰ ਅਤੇ ਸਿੱਖਿਆ ਦਾ ਅਧਿਕਾਰ ਇਹਦੇ ਭਾਗ ਨੇ। ਸੂਚਨਾ ਦਾ ਅਧਿਕਾਰ ਹੈ ਭਾਗ 19A ਅਧੀਨ ਅਤੇ ਸਿੱਖਿਆ ਦਾ ਅਧਿਕਾਰ ਹੈ ਭਾਗ 21A ਅਧੀਨ। ਥਰਡ ਹੈ ਜੀ ਸ਼ੋਸ਼ਣ ਵਿਰੁੱਧ ਅਧਿਕਾਰ, ਜੋ ਅਨੁਛੇਦ 23 ਤੋਂ ਲੈ ਕੇ 24 ਤੱਕ ਸ਼ਾਮਿਲ ਕੀਤਾ ਗਿਆ ਹੈ। ਫੋਰਥ ਹੈ ਜੀ ਧਰਮ ਦੀ ਸੁਤੰਤਰਤਾ ਦਾ ਅਧਿਕਾਰ, ਅਨੁਛੇਦ 25 ਤੋਂ ਲੈ ਕੇ 28 ਤੱਕ। ਫਿਫਥ ਹੈ ਜੀ ਸੱਭਿਆਚਾਰਿਕ ਅਤੇ ਵਿੱਦਿਅਕ ਅਧਿਕਾਰ, ਅਨੁਛੇਦ 29 ਤੋਂ ਲੈ ਕੇ 30 ਤੱਕ। ਸਿਕਸਥ ਹੈ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਅਨੁਛੇਦ 32 ਦੇ ਅਧੀਨ। ਆਸ ਹੈ ਕਿ ਤੁਹਾਨੂੰ ਅੱਜ ਦੀ ਜੋ ਕਲਾਸ ਹੈ ਵਧੀਆ ਲੱਗੀ ਹੋਵੇਗੀ। ਤਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਾਂਗੇ। ਤਾਂ ਇਸ ਤਰ੍ਹਾਂ ਹੀ ਜੋ ਸਟੈਪ ਬਾਈ ਸਟੈਪ ਸਾਰੇ ਅਧਿਕਾਰਾਂ ਦੀ ਗੱਲ ਕਰਾਂਗੇ ਅਤੇ ਜੋ ਸਿਲੇਬਸ ਹੈ ਕਵਰ ਕਰਵਾਇਆ ਜਾਏਗਾ।